ਈਵਨਿੰਗ ਸਟੂਡੈਂਟਸ। ਤਾਂ ਅੱਜ ਅਸੀਂ ਕੁਝ ਕੁਐਸਚਨ ਦੇ ਨਾਲ ਆਪਣੇ ਕਨਸੈਪਟ ਕਲੀਅਰ ਕਰਾਂਗੇ, ਕਿਉਂਕਿ ਕੁਐਸਚਨ ਨਾਲ ਇੰਪੋਰਟੈਂਟ ਉਸ ਨਾਲ ਰਿਲੇਟਡ ਜੋ ਕਨਸੈਪਟ ਆ ਉਹ ਹੁੰਦਾ ਹੈ। ਅਗਰ ਸਾਡੇ ਉਹ ਕਲੀਅਰ ਹੋ ਗਿਆ ਤਾਂ ਉਸ ਨਾਲ ਰਿਲੇਟਡ ਅਸੀਂ ਸਾਰੇ ਕੁਐਸਚਨ ਆ ਜੋ ਸੋਲਵ ਈਜ਼ੀਲੀ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਕੁਐਸਚਨ ਵੱਲ ਜਾਂਦੇ ਹਾਂ। ਪਹਿਲੇ ਵੱਲ ਤਾਂ ਇੱਕ ਬੈਲੈਂਸ ਇਕੁਏਸ਼ਨ ਦਿੱਤੀ ਹੋਈ ਆ, ਅਸੀਂ ਇਸ ਵਿੱਚ ਐਕਸ ਐਂਡ ਵਾਈ ਦੀ ਵੈਲਿਊ ਕੈਲਕੂਲੇਟ ਕਰਨੀ ਆ ਇਸ ਪ੍ਰਤੀਕਿਰਿਆ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਬੈਲੈਂਸ ਕੀ ਹੁੰਦੀ ਹੈ, ਜਿਸ ਵਿੱਚ ਲੈਫਟ ਸਾਈਡ ਅਤੇ ਰਾਈਟ ਸਾਈਡ ਐਟਮ ਕੀ ਹੁੰਦੇ ਆ, ਸੰਖਿਆ ਸੇਮ ਹੁੰਦੀ ਨੇ। ਤਾਂ ਰਿਐਕਟੈਂਟ ਅਤੇ ਪ੍ਰੋਡਕਟ ਦੀ ਸੰਖਿਆ ਜੋ ਲੈਫਟ ਸਾਈਡ ਹੁੰਦੀ ਹੈ ਉਹ ਰਿਐਕਟੈਂਟ ਹੁੰਦੇ ਨੇ, ਅਤੇ ਜੋ ਰਾਈਟ ਸਾਈਡ ਹੁੰਦੇ ਨੇ ਉਹ ਪ੍ਰੋਡਕਟ ਹੁੰਦੇ ਨੇ। ਉਹਨਾਂ ਦੀ ਸੰਖਿਆ ਐਟਮਸ ਦੀ ਸੇਮ ਹੋਣੀ ਚਾਹੀਦੀ ਆ। ਕਿਉਂ ਹੋਣੀ ਚਾਹੀਦੀ ਹੈ? ਕਿਉਂਕਿ ਐਟਮ ਨਾ ਕ੍ਰੀਏਟ ਹੁੰਦਾ ਨਾ ਹੀ ਡਿਸਟਰੋਏ। ਤਾਂ ਇੱਕ ਰਿਐਕਸ਼ਨ ਵਿੱਚ ਐਟਮ ਦੀ ਸੰਖਿਆ ਹਮੇਸ਼ਾ ਸੇਮ ਰਹਿੰਦੀ ਆ ਦੋਨੋਂ ਸਾਈਡ। ਤਾਂ ਇਸ ਲਈ ਬੈਲੈਂਸ ਹੈ ਤਾਂ ਦੋਨੋਂ ਸਾਈਡ ਸੇਮ ਹੋਣੀ ਚਾਹੀਦੀ ਆ। ਤਾਂ ਸਭ ਤੋਂ ਪਹਿਲਾਂ ਅਸੀਂ ਮਰਕਰੀ ਦੇਖਾਂਗੇ। ਦੇਖੋ ਇੱਧਰ ਮਰਕਰੀ ਦੇ ਅੱਗੇ 2 ਹੈ, ਇਸ ਦਾ ਮਤਲਬ ਰਿਐਕਟੈਂਟ ਸਾਈਡ ਲੈਫਟ ਸਾਈਡ 2 ਐਟਮ ਨੇ ਮਰਕਰੀ ਦੀ। ਤਾਂ ਰਾਈਟ ਸਾਈਡ ਵੀ ਸਾਡੇ 2 ਹੋਣੇ ਚਾਹੀਦੇ ਆ, ਇਸ ਦਾ ਮਤਲਬ ਵਾਈ ਦੀ ਵੈਲਿਊ ਕਿੰਨੀ ਹੋਏਗੀ, 2। ਤਾਂ 2 ਵਾਲੀ ਦੇਖ ਲੈਂਦੇ ਹਾਂ ਪਹਿਲੇ ਆਪਸ਼ਨ, ਅਤੇ ਚੌਥੇ ਆਪਸ਼ਨ ਵਿੱਚ ਵਾਈ ਦੀ ਵੈਲਿਊ 2 ਆ। ਇਸ ਦਾ ਮਤਲਬ ਸਾਡਾ ਸੈਕਿੰਡ ਅਤੇ ਥਰਡ ਆਪਸ਼ਨ ਤਾਂ ਘੱਟ ਹੋ ਗਏ, ਇਸ ਨੂੰ ਤਾਂ ਭੁੱਲ ਜਾਓ, ਕਿਉਂਕਿ ਐਲੀਮੀਨੇਸ਼ਨ ਮੈਥਡ ਨਾਲ ਸਾਡੇ ਗਲਤੀ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਨੇ। ਜੋ ਤੁਹਾਨੂੰ ਆਪਸ਼ਨ ਲੱਗਦੀ ਹੈ ਕਿ ਹੋ ਹੀ ਨਹੀਂ ਸਕਦੀ, ਉਸ ਨੂੰ ਪਹਿਲਾਂ ਹੀ ਕੱਟ ਦਿਓ। ਹੁਣ ਐਕਸ ਦੀ ਵੈਲਿਊ ਦੇਖਦੇ ਹਾਂ। ਤਾਂ ਦੇਖੋ ਇੱਥੇ ਆਕਸੀਜਨ ਕਿੰਨੇ ਹੋ ਗਏ ਨੇ, 2 ਹੋ ਗਏ ਨੇ। ਇੱਥੇ ਦੇਖੋ ਕਿਸ ਤਰ੍ਹਾਂ ਕੈਲਕੂਲੇਟ ਕਰਦੇ ਨੇ, ਤਾਂ ਇਹਨਾਂ ਦੀ ਮਲਟੀਪਲਾਈ ਹੋ ਜਾਂਦੀ ਹੈ। ਅੱਗੇ ਵੀ 2 ਆ ਅਤੇ ਆਕਸੀਜਨ ਦੇ ਨੀਚੇ ਵੀ 2 ਆ, ਤਾਂ 2 × 2 ਕਿੰਨਾ ਹੋ ਜਾਏਗਾ, 4 ਆਕਸੀਜਨ ਹੋ ਜਾਣਗੇ। ਤਾਂ ਟੋਟਲ ਆਕਸੀਜਨ ਕਿੰਨੇ ਹੋ ਗਏ, 6। ਤਾਂ ਸਾਡੇ ਇਹ ਵਾਲੀ ਸਾਈਡ ਆ ਜੋ ਰਾਈਟ ਸਾਈਡ ਹੈ, ਇੱਧਰ 6 ਐਟਮ ਹੋ ਗਏ ਪ੍ਰੋਡਕਟ ਵਿੱਚ। ਤਾਂ ਰਿਐਕਟੈਂਟ 'ਚ ਵੀ 6 ਹੋਣਗੇ। ਤਾਂ ਐਕਸ ਦੀ ਜਗ੍ਹਾ ਕਿੰਨਾ ਲਾਈਏ ਕਿ 6 ਬਣ ਜਾਏ, ਤਾਂ ਅਗਰ 3 ਲਾਵਾਂਗੇ ਤਾਂ ਇਹ 2 ਨਾਲ ਮਲਟੀਪਲਾਈ ਹੋ ਕੇ ਕਿੰਨਾ ਬਣ ਜਾਏਗਾ, 6। ਇਸ ਦਾ ਮਤਲਬ ਸਾਡੇ ਐਕਸ ਦੀ ਵੈਲਿਊ ਕਿੰਨੀ ਹੋਏਗੀ, 3 ਹੋਏਗੀ। ਤਾਂ ਸਾਡਾ 4th ਆਪਸ਼ਨ ਆ ਜੋ ਉਹ ਸਹੀ ਹੋਵੇਗਾ। ਨੈਕਸਟ ਦੇਖੋ, ਜਦੋਂ ਫੈਰਸ ਸਲਫੇਟ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਇਹ ਫੈਰਿਕ ਆਕਸਾਈਡ ਵਿੱਚ ਟੁੱਟ ਜਾਂਦਾ ਹੈ। ਇਸ ਪ੍ਰਤੀਕਿਰਿਆ ਵਿੱਚ ਮੁਕਤ ਹੋਈ ਗੈਸਾਂ ਹੁੰਦੀਆਂ ਹਨ। ਕਹਿੰਦਾ ਵੈਨ ਫੈਰਸ ਸਲਫੇਟ ਇਜ਼ ਹੀਟਡ ਇਟ ਡੀਕੰਪੋਜ਼ਸ ਇਨਟੂ ਫੈਰਿਕ ਆਕਸਾਈਡ ਦਾ ਗੈਸਸ ਲਿਬਰੇਟਡ ਇਨ ਦਿਸ ਰਿਐਕਸ਼ਨ ਆਰ। ਤਾਂ ਦੇਖੋ ਫੈਰਸ ਸਲਫੇਟ ਹੈ, ਤਾਂ ਤੁਸੀਂ ਕਲਰ ਦੱਸਣਾ ਇਸ ਦਾ ਗ੍ਰੀਨ ਹੁੰਦਾ ਹੈ, ਨੋਟ ਕਰਨਾ। ਸੈਕਿੰਡ 'ਤੇ ਜਦ ਇਸ ਨੂੰ ਹੀਟ ਕਰਦੇ ਆ, ਇਹ ਹੀਟ ਦਾ ਸਿੰਬਲ ਹੈ। ਤਾਂ ਇਸ ਵਿੱਚ ਇੱਕ ਤਾਂ ਫੈਰਸ ਆਕਸਾਈਡ ਬਣਦਾ, Fe2O3 ਬਣਦਾ। ਸੈਕਿੰਡ 'ਚ ਸਲਫਰ ਡਾਈਆਕਸਾਈਡ ਗੈਸ ਨਿਕਲਦੀ ਹੁੰਦੀ ਆ। ਥਰਡ ਕੀ ਆ, SO3 ਗੈਸ ਨਿਕਲਦੀ ਆ। ਫਿਊਲ ਸਮੈਲ ਵੀ ਆਉਂਦੀ ਹੁੰਦੀ ਆ ਸਲਫਰ ਦੀ। ਤਾਂ ਆਪਾਂ ਨੂੰ ਤਾਂ ਗੈਸ ਪੁੱਛਿਆ, ਤਾਂ ਕਿਹੜੀ ਕਿਹੜੀ ਗੈਸ ਨਿਕਲਦੀ ਆ, SO2 ਸਲਫਰ ਡਾਈਆਕਸਾਈਡ ਵੀ ਅਤੇ SO3 ਸਲਫਰ ਟਰਾਈਆਕਸਾਈਡ ਵੀ। ਇਸ ਦਾ ਮਤਲਬ ਸਾਡਾ ਥਰਡ ਆਪਸ਼ਨ ਸਹੀ ਹੋਏਗਾ, ਦੋਨੋਂ ਗੈਸਸ। ਨੈਕਸਟ ਦੇਖਦੇ ਹਾਂ। ਨੈਕਸਟ ਹੈਗਾ ਜ਼ਿੰਕ ਧਾਤ ਹੈ। ਤਾਂ ਜ਼ਿੰਕ ਧਾਤ ਹੈ, ਉਸ ਨੂੰ ਸਲਫਿਊਰਿਕ ਐਸਿਡ H2SO4 ਨਾਲ ਰਿਐਕਸ਼ਨ ਕੀਤੀ ਗਈ ਹੈ, ਕਿਰਿਆ ਕੀਤੀ ਗਈ ਹੈ। ਤਾਂ ਇਹ ਤਾਂ ਬਹੁਤ ਸਿੰਪਲ ਆ। ਜਦੋਂ ਵੀ ਇੱਕ ਮੈਟਲ ਹੈ ਉਹ ਕਿਸੇ ਐਸਿਡ ਨਾਲ ਰਿਐਕਟ ਕਰਦੀ ਹੈ ਤਾਂ ਹਮੇਸ਼ਾ ਕੀ ਆ, ਹਾਈਡਰੋਜਨ ਗੈਸ ਉਸ ਵਿੱਚੋਂ ਨਿਕਲਦੀ ਹੈ। ਤਾਂ ਹਾਈਡਰੋਜਨ ਗੈਸ ਆ ਜੋ ਇਸ ਦਾ ਆਨਸਰ ਆਵੇਗਾ। ਤਾਂ 4th ਆਪਸ਼ਨ ਸਹੀ ਹੋਏਗਾ। ਅਤੇ ਸੈਕਿੰਡ 'ਤੇ ਹੋਰ ਕੀ ਬਣਦਾ ਨਾਲ, ਸਾਲਟ। ਇਹ ਵੀ ਯਾਦ ਰੱਖਣਾ, ਇੰਪੋਰਟੈਂਟ ਹੈ ਰਿਐਕਸ਼ਨ ਬਹੁਤ ਜ਼ਿਆਦਾ। ਤਾਂ ਕਿਤੋਂ ਵੀ ਕੁਐਸਚਨ ਇਹਦੇ 'ਚ ਪੁੱਛ ਸਕਦੇ ਆ। ਤਾਂ ਦੋਨੋਂ ਪ੍ਰੋਡਕਟ ਯਾਦ ਹੋਣੇ ਚਾਹੀਦੇ ਆ। ਮੈਟਲ ਨਾਲ ਜਦੋਂ ਐਸਿਡ ਰਿਐਕਟ ਕਰਦਾ ਤਾਂ ਹਾਈਡਰੋਜਨ ਗੈਸ ਨਿਕਲਦੀ ਹੈ, ਅਤੇ ਸੈਕਿੰਡ ਸਾਲਟ ਪ੍ਰੋਡਿਊਸ ਹੁੰਦਾ ਹੈ। ਨੈਕਸਟ ਹੈਗਾ ਲਿਟਮਸ ਦਾ ਘੋਲ ਹੈ, ਜੋ ਕਿ ਸਾਨੂੰ ਚੈੱਕ ਕਰਨ ਦੇ ਕੰਮ ਆਉਂਦਾ ਕਿ ਐਸਿਡ ਹੈ ਜਾਂ ਬੇਸ ਆ ਸਾਡਾ ਜਿਹੜਾ ਲਿਕੁਇਡ ਹੁੰਦਾ ਉਸ ਨੂੰ ਚੈੱਕ ਕਰਨ ਦੇ ਕੰਮ ਆਉਂਦਾ। ਤਾਂ ਇਹ ਆਪਾਂ ਕੀਤਾ ਹੋਇਆ ਲਾਈਕਿਨ ਹੈ ਜੋ ਉਹਨਾਂ ਦੇ ਪਲਾਂਟਸ ਵਿੱਚੋਂ ਨਿਕਲਦਾ ਹੈ। ਅਸੀਂ ਉਹਦੀ ਇੱਕ ਪਿਕਚਰ ਵੀ ਦੇਖ ਲੈਂਦੇ ਹਾਂ ਲਾਈਕਿਨਸ ਦੀ, ਤਾਂ ਕਿ ਵਿਜ਼ੂਅਲ ਇਫੈਕਟ ਦੇ ਨਾਲ ਉਹ ਤੁਹਾਡੇ ਈਜ਼ਲੀ ਯਾਦ ਹੋ ਜਾਵੇਗਾ। ਇਹ ਪਲਾਂਟ ਹੈ ਜੀ ਲਾਈਕਿਨ। ਤਾਂ ਇਸ ਵਿੱਚੋਂ ਆ ਜੋ ਲਿਟਮਸ ਪੇਪਰ ਆ ਉਹ ਐਕਸਟਰੈਕਟ ਕੀਤਾ ਜਾਂਦਾ ਹੈ। ਨੈਕਸਟ ਦੇਖਦੇ ਹਾਂ। ਹਾਂਜੀ, ਨੈਕਸਟ ਹੈ ਕੁਝ ਵਸਤਾਂ ਅਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੀ ਗੰਧ ਤੇਜ਼ਾਬੀ ਜਾਂ ਖਾਰੀ ਮਾਧਿਅਮ ਵਿੱਚ ਬਦਲ ਜਾਂਦੀ ਹੈ। ਉਹਨਾਂ ਨੂੰ ਕੀ ਕਹਿੰਦੇ ਆ? ਇਹ ਉਹ ਨੇ ਜਿਹੜੇ ਤੇਜ਼ਾਬ 'ਚ ਅਲੱਗ ਤਰ੍ਹਾਂ ਦੀ ਸਮੈਲ ਦਿੰਦੇ ਨੇ ਅਤੇ ਖਾਰਾਂ 'ਚ ਅਲੱਗ ਤਰ੍ਹਾਂ ਦੀ ਸਮੈਲ। ਤਾਂ ਸਾਨੂੰ ਤੇਜ਼ਾਬ ਅਤੇ ਖਾਰਾਂ ਬਾਰੇ ਆਈਡੀਆ ਹੋ ਜਾਂਦਾ, ਇੰਡੀਕੇਸ਼ਨ ਹੋ ਜਾਂਦੀ ਨੇ ਕਿ ਇਹ ਤੇਜ਼ਾਬ ਹੈ ਜਾਂ ਖਾਰ ਨੇ। ਕਹਿੰਦਾ ਦੇਅਰ ਆਰ some substance whose
ਆਰਡਰ ਕੀ ਹੁੰਦਾ, ਸਮੈਲ ਹੁੰਦੀ ਆ। ਚੇਂਜ ਇਨ ਐਸਿਡਿਕ ਐਂਡ ਬੇਸਿਕ ਮੀਡੀਅਮ, ਵਾਟ ਆਰ ਦੇ ਕਾਲਡ, ਉਹਨਾਂ ਨੂੰ ਕੀ ਕਹਿੰਦੇ ਆ। ਤਾਂ ਦੇਖੋ ਉਹਨਾਂ ਨੂੰ ਕਹਿੰਦੇ ਆ ਸਮੈਲ ਨਾਲ ਰਿਲੇਟਡ ਆ ਸਾਡੀ ਸੈੱਲ ਕਿਹੜੇ ਹੁੰਦੇ ਨੇ, ਆਲ ਫੈਕਟਰੀ ਸੈੱਲ ਹੁੰਦੇ ਨੇ। ਤਾਂ ਆਲ ਫੈਕਟਰੀ ਜੋ ਸੂਚਕ ਆ, ਇੰਡੀਕੇਟਰ ਨੇ, ਇਸ ਦਾ ਆਨਸਰ ਆਵੇਗਾ। ਜਿਸ ਤਰ੍ਹਾਂ ਤੁਹਾਨੂੰ ਪਤਾ ਓਨੀਅਨ ਆ, ਤਾਂ ਉਸ ਦੀ ਸਮੈਲ ਐਸਿਡ 'ਚ ਜਾਂ ਬੇਸ 'ਚ ਕਿਸ ਵਿੱਚ ਹੁੰਦੀ ਹੈ, ਤੁਸੀਂ ਦੱਸਣਾ। ਐਸਿਡ ਵਿੱਚ ਉਸ ਦੀ ਸਮੈਲ ਨਹੀਂ ਹੁੰਦੀ ਅਤੇ ਬੇਸ ਵਿੱਚ ਉਸ ਦੀ ਸਮੈਲ ਹੁੰਦੀ ਹੈ। ਬਾਕੀ ਆਪਾਂ ਚੈੱਕ ਕਰ ਲੈਂਦੇ ਹਾਂ ਇੱਕ ਗ੍ਰਾਫ ਦੇ ਨਾਲ। ਹਾਂਜੀ, ਦੇਖਦੇ ਹਾਂ ਆਪਾਂ ਜੋ ਐਸਿਡ ਆ ਉਸ ਵਿੱਚ ਓਨੀਅਨ ਆ, ਉਸ ਦੀ ਸਮੈਲ ਰੀਟੇਨ ਰਹਿੰਦੀ ਹੈ, ਉਸੇ ਤਰ੍ਹਾਂ ਰਹਿੰਦੀ ਹੈ, ਪਰ ਬੇਸ 'ਚ ਹੀ ਚਲੀ ਜਾਂਦੀ ਆ। ਤਾਂ ਓਨੀਅਨ ਦੀ ਸਮੈਲ ਅਗਰ ਤੁਸੀਂ ਐਸਿਡ ਵਿੱਚ ਪਾਇਆ, ਐਸਿਡ ਦੇ ਵਿੱਚ ਇਸ ਦੀ ਸਮੈਲ ਆਵੇਗੀ ਤਾਂ ਪਤਾ ਲੱਗ ਜਾਏਗਾ ਸਾਨੂੰ ਇਹ ਐਸਿਡ ਹੈ। ਅਗਰ ਬੇਸ ਵਿੱਚ ਪਾਇਆ ਤਾਂ ਬੇਸ ਵਿੱਚ ਇਸ ਦੀ ਸਮੈਲ ਚਲੀ ਜਾਵੇਗੀ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਹ ਬੇਸ ਹੈ। ਸੇਮ ਵੈਨੀਲਾ ਐਕਸਟਰੈਕਟ ਹੈ ਜੋ, ਇਹ ਵੀ ਆਪਣੀ ਸਮੈਲ ਆ ਜੋ ਐਸਿਡ ਵਿੱਚ ਸੇਮ ਰਹਿੰਦੀ ਹੈ, ਇਸ ਦੀ ਉਸੇ ਤਰ੍ਹਾਂ ਹੀ ਰਹਿੰਦੀ ਆ, ਪਰ ਜਦ ਬੇਸ 'ਚ ਪਾਉਂਦੇ ਹਾਂ ਤਾਂ ਇਸ ਦੀ ਸਮੈਲ ਚਲੀ ਜਾਂਦੀ ਹੈ। ਤਾਂ ਸਾਨੂੰ ਐਸਿਡ ਅਤੇ ਬੇਸ ਦੀ ਇੰਡੀਕੇਸ਼ਨ ਪਤਾ ਲੱਗ ਜਾਂਦੀ ਹੈ ਕਿ ਐਸਿਡ ਆ ਜਾਂ ਬੇਸ ਆ। ਤਾਂ ਇਹੋ ਜਿਹਿਆਂ ਨੂੰ ਕੀ ਕਹਿੰਦੇ ਹਾਂ ਅਸੀਂ, ਇੰਡੀਕੇਟਰਸ ਨੂੰ ਆਲ ਫੈਕਟਰੀ ਇੰਡੀਕੇਟਰਸ ਕਹਿੰਦੇ ਹਾਂ। ਨੈਕਸਟ ਹੈ ਜੋ ਕਹਿੰਦਾ ਜਦੋਂ ਤੇਜ਼ਾਬ ਅਤੇ ਧਾਤ ਦੀ ਪ੍ਰਤੀਕਿਰਿਆ ਹੁੰਦੀ ਹੈ ਤਾਂ ਕਿਹੜੇ ਉਤਪਾਦ ਪੈਦਾ ਹੁੰਦੇ ਹਨ। ਤਾਂ ਯਾਦ ਰੱਖਿਓ, ਤੇਜ਼ਾਬ ਅਤੇ ਧਾਤ ਜਦ ਪ੍ਰਤੀਕਿਰਿਆ ਕਰਦੇ, ਅਸੀਂ ਪਿੱਛੇ ਵੀ ਕੀਤਾ, ਤਾਂ ਕੀ ਹੈ, ਇੱਕ ਤਾਂ ਹਾਈਡਰੋਜਨ ਗੈਸ ਪ੍ਰੋਡਿਊਸ ਹੁੰਦੀ ਹੈ, ਦੂਸਰਾ ਲੂਣ ਸਾਲਟ ਪ੍ਰੋਡਿਊਸ ਹੁੰਦਾ ਹੈ। ਅਸੀਂ ਐਗਜ਼ਾਮਪਲ ਵੀ ਕਰ ਲੈਂਦੇ ਹਾਂ, ਜਿਸ ਤਰ੍ਹਾਂ ਕੀ ਹੈ ਸਾਡਾ ਜ਼ਿੰਕ ਆ, ਜਦੋਂ ਇਹ ਸਲਫਿਊਰਿਕ ਐਸਿਡ H2SO4 ਨਾਲ ਰਿਐਕਟ ਕਰੇਗਾ ਐਸਿਡ ਨਾਲ, ਤਾਂ ਇੱਕ ਤਾਂ ਹਾਈਡਰੋਜਨ ਗੈਸ ਇਸ ਵਿੱਚੋਂ ਆਊਟ ਨਿਕਲੇਗੀ, ਬਾਹਰ ਨਿਕਲੇਗੀ। ਸੈਕਿੰਡ ਕੀ ਬਣੇਗਾ, ਸਾਲਟ, ਕਿਹੜਾ, ਜ਼ਿੰਕ ਸਲਫੇਟ, ਇੱਕ ਸਾਲਟ ਹੈ। ਤਾਂ ਦੋ ਤਰ੍ਹਾਂ ਦੇ ਪ੍ਰੋਡਕਟ ਬਣਦੇ ਨੇ, ਇੱਕ ਸਾਲਟ ਬਣਦਾ ਅਤੇ ਇੱਕ ਹਾਈਡਰੋਜਨ ਗੈਸ। ਤਾਂ ਇਹ ਫਸਟ ਆਪਸ਼ਨ ਆ ਜੋ ਸਹੀ ਰਹੇਗੀ। ਨੈਕਸਟ ਹੈ, ਇਹਨਾਂ ਵਿੱਚੋਂ ਕਿਹੜੀ ਧਾਤ ਹੈ। ਤਾਂ ਧਾਤ ਪੁੱਛਿਆ, ਤਾਂ ਧਾਤ ਦੇਖਣ ਦਾ ਸੌਖਾ ਤਰੀਕਾ ਕੀ ਹੈ, ਉਸ ਦੀ ਬਲੈਂਸੀ ਦੇਖ ਲਓ। ਅਗਰ ਨਹੀਂ ਯਾਦ ਰਹਿੰਦੀ ਤੁਹਾਡੇ, ਤਾਂ ਬਲੈਂਸੀ ਅਗਰ 3 ਤੋਂ ਘੱਟ ਹੈ, ਉਹ ਇਲੈਕਟ੍ਰੋ ਪੋਜ਼ੀਟਿਵ ਸ਼ੋਅ ਕਰਦਾ, ਇਲੈਕਟ੍ਰੋਨ ਲੂਜ਼ ਕਰਦਾ, ਜਲਦੀ ਇਲੈਕਟ੍ਰੋਨ ਦਿੰਦਾ, ਤਾਂ ਉਹ ਕੀ ਹੋਏਗੀ, ਧਾਤ ਹੋਵੇਗੀ। ਜਿਸ ਤਰ੍ਹਾਂ ਅਸੀਂ ਇਸ ਵਿੱਚ ਦੇਖੀਏ ਸੋਡੀਅਮ ਆ, ਤਾਂ ਸੋਡੀਅਮ ਦੀ ਬਲੈਂਸੀ ਦੇਖੋ ਕਿੰਨੇ ਹੁੰਦੇ ਨੇ ਇਹਦੇ ਸੈੱਲ 'ਚ, ਤਾਂ ਪਹਿਲੇ 'ਚ 2, ਉਸ ਤੋਂ ਬਾਅਦ 8 ਅਤੇ ਲਾਸਟ ਵਾਲੇ 'ਚ 1 ਹੁੰਦਾ ਹੈ। ਕੇ ਸੈੱਲ 'ਚ 2, ਐਲ ਸੈੱਲ 'ਚ 8 ਅਤੇ ਐਮ ਸੈੱਲ 'ਚ 1 ਹੁੰਦਾ ਹੈ। ਤਾਂ 1 ਇਲੈਕਟ੍ਰੋਨ ਲੂਜ਼ ਕਰੇਗਾ ਤਾਂ ਇਲੈਕਟ੍ਰੋ ਪੋਜ਼ੀਟਿਵ ਹੁੰਦਾ ਅਤੇ ਮੈਟਲ ਆ, ਤਾਂ ਬਾਕੀ ਨੋਨ ਮੈਟਲਸ ਨੇ। ਤਾਂ ਇਹ ਸੌਖਾ ਤਰੀਕਾ ਤੁਹਾਨੂੰ ਦੇਖਣ ਦਾ, ਬੈਲੈਂਸੀ ਚੈੱਕ ਕਰ ਲਓ। ਨੈਕਸਟ ਹੈ ਕਿ ਜਦੋਂ ਸਲਫਰ ਆਕਸੀਜਨ ਨਾਲ ਪ੍ਰਤੀਕਿਰਿਆ ਕਰਦਾ ਤਾਂ ਉਤਪਾਦ ਪੈਦਾ ਹੁੰਦਾ ਹੈ। ਨੇਮ ਦਾ ਪ੍ਰੋਡਕਟ ਫਾਰਮਡ ਵੈਨ ਦਾ ਸਲਫਰ ਰਿਐਕਟ ਵਿਦ ਆਕਸੀਜਨ। ਤਾਂ ਦੇਖੋ ਸਲਫਿਊਰਿਕ ਐਸਿਡ ਵਿੱਚ ਤਾਂ ਵਿੱਚ ਹਾਈਡਰੋਜਨ ਵੀ ਆ ਗਿਆ, ਇਹਨਾਂ ਨੇ ਸਲਫਰ ਪਲੱਸ ਆਕਸੀਜਨ ਦੀ ਗੱਲ ਕੀਤੀ ਹੈ। ਤਾਂ ਸਲਫਰ ਪਲੱਸ ਆਕਸੀਜਨ ਮਿਲ ਕੇ ਸਲਫਰ ਡਾਈਆਕਸਾਈਡ ਬਣਾਉਣਗੇ, ਹਾਈਡਰੋਜਨ ਤਾਂ ਵਿੱਚ ਆਏਗਾ ਹੀ ਨਹੀਂ। ਇਸ ਦਾ ਮਤਲਬ ਇਹ ਆਪਸ਼ਨ ਵੀ ਚਲਾ ਗਿਆ, ਹਾਈਡਰੋਜਨ ਸਲਫੇਟ ਵੀ ਚਲਾ ਗਿਆ, ਸੈਕਿੰਡ ਸਲਫਿਊਰਿਕ ਐਸਿਡ ਤਾਂ ਚਲਾ ਗਿਆ, ਉਹ ਤਾਂ ਫਸਟ ਆਪਸ਼ਨ 'ਚ ਵੀ ਹਾਈਡਰੋਜਨ ਕਰਕੇ ਚਲਾ ਗਿਆ ਸੀ। ਤਾਂ ਸਲਫਰ ਡਾਈਆਕਸਾਈਡ ਆ ਜੋ ਆਪਸ਼ਨ ਆਵੇਗਾ। ਨੈਕਸਟ ਦੇਖਦੇ ਹਾਂ, ਉਹ ਕਿਹੜੀ ਧਾਤ ਹੈ ਜੋ ਹਵਾ ਦੇ ਸੰਪਰਕ ਆਉਣ ਵਿੱਚ ਅਧਾਤ ਆਉਣ 'ਤੇ ਉਹ ਅੱਗ ਫੜ ਲੈਂਦੀ ਹੈ। ਤਾਂ ਇੱਥੇ ਬੱਚੇ ਬਹੁਤ ਜਲਦੀ ਨਾਲ ਗਲਤੀ ਕਰਦੇ ਨੇ ਕਿ ਸੋਡੀਅਮ ਨੂੰ ਟਿਕ ਕਰਦੇ ਨੇ, ਕਿ ਸੋਡੀਅਮ ਵੀ ਹਵਾ ਨਾਲ ਕਿਰਿਆ ਕਰਨ 'ਤੇ ਅੱਗ ਫੜ ਲੈਂਦੀ ਹੈ, ਜਦੋਂ ਹੀ ਐਕਸਪੋਜ਼ ਕਰਦੇ ਆ ਇਹਨੂੰ ਹਵਾ ਦੇ ਵਿੱਚ ਆਉਂਦੀ ਆ। ਪਰ ਉਹਨਾਂ ਨੇ ਅਧਾਤ ਪੁੱਛਿਆ, ਇਹ ਧਾਤ ਹੈ। ਅਧਾਤ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੀ ਅਗਰ ਨਹੀਂ ਵੀ ਯਾਦ ਰਹਿੰਦਾ ਤਾਂ ਐਲੀਮੀਨੇਸ਼ਨ ਮੈਥਡ ਯੂਜ਼ ਕਰ ਲਿਆ ਕਰੋ। ਇਸ ਵਿੱਚੋਂ ਅਧਾਤ ਪੁੱਛਿਆ ਤਾਂ ਧਾਤਾਂ ਨੂੰ ਕੱਟ ਕਰ ਦਿਓ। ਤਾਂ ਸੋਡੀਅਮ ਵੀ ਧਾਤ ਹੈ, ਕੈਲਸ਼ੀਅਮ ਵੀ ਧਾਤ ਹੈ, ਅਤੇ ਯੂਰੇਨੀਅਮ ਵੀ। ਬਾਕੀ ਬਚਿਆ ਕੀ ਹੈ, ਫਾਸਫੋਰਸ। ਤਾਂ ਸੌਖਾ ਤਰੀਕਾ, ਐਲੀਮੀਨੇਸ਼ਨ ਤੁਹਾਡੀ ਬਹੁਤ ਹੈਲਪ ਕਰਦਾ ਕੁਐਸਚਨ 'ਚ। ਤਾਂ ਫਾਸਫੋਰਸ ਹੈ ਜੋ ਹਵਾ ਦੇ ਸੰਪਰਕ ਆਉਣ ਵਿੱਚ ਅੱਗ ਫੜ ਲੈਂਦੀ ਹੈ, ਤਾਂ ਪੈਂਟਾਆਕਸਾਈਡ ਬਣਾਉਂਦੀ ਹੈ। ਚਲੋ ਨੈਕਸਟ ਹੈ, ਹੇਠ ਲਿਖਿਆ ਵਿੱਚੋਂ ਕਿਹੜਾ N2 ਅਣੂ ਦੀ ਬਣਤਰ ਨੂੰ ਦਰਸਾਉਂਦਾ ਹੈ। ਹੁਣ ਨਾਈਟ੍ਰੋਜਨ ਆ ਜੋ ਉਸਦਾ ਮੋਲੀਕਿਊਲ ਆਪਾਂ ਦੇਖਣਾ ਕਿਸ ਤਰ੍ਹਾਂ ਹੁੰਦਾ ਹੈ। ਤਾਂ ਨਾਈਟ੍ਰੋਜਨ 'ਚ ਟ੍ਰਿਪਲ ਬੌਂਡ ਹੁੰਦਾ, ਤਾਂ ਫਸਟ ਆਪਸ਼ਨ ਆਏਗੀ। ਤਾਂ ਨਾਈਟ੍ਰੋਜਨ ਦੀ ਅਗਰ ਗੱਲ ਕਰੀਏ ਤਾਂ ਇਹਦਾ 7 ਐਟੋਮਿਕ ਨੰਬਰ ਹੈ। ਤਾਂ ਪਹਿਲੇ 'ਚ ਵੱਧ ਤੋਂ ਵੱਧ ਕੇ ਸੈੱਲ 'ਚ ਕਿੰਨੇ ਰੱਖ ਸਕਦੇ ਹਾਂ, 2। ਐਮ 'ਚ ਵੱਧ ਤੋਂ ਵੱਧ ਕਿੰਨੇ ਰੱਖ ਸਕਦੇ ਹਾਂ, 8। ਪਰ ਸਾਡੇ ਕੋਲ ਬਚੇ ਕਿੰਨੇ ਆ, 7 'ਚੋਂ 2 ਇੱਥੇ ਰੱਖ ਲਏ, ਤਾਂ ਬਾਕੀ ਕਿੰਨੇ ਬਚੇ ਆ, 5। ਤਾਂ ਨਾਈਟ੍ਰੋਜਨ ਦੇ ਲਾਸਟ ਬੈਲੈਂਸ ਸੈੱਲ ਵਿੱਚ 5 ਇਲੈਕਟ੍ਰੋਨ ਹੁੰਦੇ ਨੇ,
ਤਾਂ ਆਪਾਂ ਲਿਖ ਲੈਂਦੇ ਹਾਂ ਇਹ ਨਾਈਟ੍ਰੋਜਨ ਆ। ਤਾਂ ਇਹ 3 ਇਲੈਕਟ੍ਰੋਨ ਆਪਣੇ ਸਾਂਝੇ ਰੱਖ ਲੈਂਦਾ ਹੈ ਅਤੇ 2 ਆਪਣੇ ਕੋਲੇ ਰੱਖਦਾ। ਇਸ ਤਰ੍ਹਾਂ ਦੂਸਰਾ ਨਾਈਟ੍ਰੋਜਨ 3 ਸਾਂਝੇ ਕਾਮਨ ਰੱਖ ਲੈਂਦਾ ਕੋਵੈਲੈਂਟ ਬੌਂਡ ਬਣਾਉਣ ਲਈ ਅਤੇ 2 ਆਪਣੇ ਕੋਲੇ ਰੱਖਦਾ। ਇਸ ਤਰ੍ਹਾਂ ਇਸ ਨਾਈਟ੍ਰੋਜਨ ਦੇ ਵੀ 8 ਇਲੈਕਟ੍ਰੋਨ ਪੂਰੇ ਹੁੰਦੇ ਨੇ, ਇਸ ਦੇ ਵੀ 8 ਪੂਰੇ ਹੁੰਦੇ ਨੇ ਅਤੇ 6 ਇਲੈਕਟ੍ਰੋਨ ਸ਼ੇਅਰ ਕਰਕੇ ਟ੍ਰਿਪਲ ਬੌਂਡ ਬਣਾਉਂਦਾ। ਇੱਕ ਬੌਂਡ ਏ, ਇੱਕ ਏ, ਇੱਕ ਏ, ਤਾਂ ਟ੍ਰਿਪਲ ਬੌਂਡ ਹੁੰਦਾ ਨਾਈਟ੍ਰੋਜਨ ਦੇ ਵਿੱਚ। ਦੂਰੇ ਸਹਿਸਯੋਗੀ ਬੰਧਨ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ? ਤਾਂ 2 ਡਬਲ ਬੌਂਡ ਹੈ ਤਾਂ 2 ਸ਼ੇਅਰ ਕੀਤੇ ਹੋਣਗੇ ਤਾਂ ਕਿੰਨੇ 4 ਇਲੈਕਟ੍ਰੋਨ ਹੁੰਦੇ ਆ। ਆਓ ਆਪਾਂ ਐਗਜ਼ਾਮਪਲ ਨਾਲ ਸਮਝਦੇ ਹਾਂ। ਜਿਸ ਤਰ੍ਹਾਂ ਆਕਸੀਜਨ ਆ, ਆਕਸੀਜਨ ਦਾ 8 ਐਟੋਮਿਕ ਨੰਬਰ ਹੁੰਦਾ, 8 ਹੁੰਦਾ ਤਾਂ ਪਹਿਲੇ 'ਚ ਵੱਧ ਤੋਂ ਵੱਧ ਕਿੰਨੇ ਰੱਖ ਸਕਦੇ ਹਾਂ? 2। ਉਸ ਤੋਂ ਬਾਅਦ ਬਾਕੀ ਕਿੰਨੇ ਬਚੇ? 6। ਤਾਂ ਇਹਦੇ ਲਾਸਟ ਵਾਲੇ 'ਚ 6 ਹੁੰਦੇ ਨੇ। ਤਾਂ 6 ਇਲੈਕਟ੍ਰੋਨ ਆਪਾਂ ਰੱਖ ਕੇ ਇਹਦਾ ਬੌਂਡ ਬਣਾ ਕੇ ਦੇਖਦੇ ਹਾਂ। ਤਾਂ ਆਕਸੀਜਨ ਆ, ਇਸ ਨੇ 2 ਸਾਂਝੇ ਰੱਖ ਲਏ ਆ ਵਿੱਚ ਅਤੇ 4 ਆਪਣੇ ਕੋਲੇ ਹੀ ਰੱਖੇ ਨੇ। ਇਸੇ ਤਰ੍ਹਾਂ ਦੂਸਰਾ ਆਕਸੀਜਨ ਆ, ਉਸਨੇ 2 ਕਾਮਨ ਰੱਖ ਲਏ ਨੇ ਅਤੇ 4 ਆਪਣੇ ਕੋਲੇ ਰੱਖਦਾ ਹੈ। ਤਾਂ ਇਸ ਤਰ੍ਹਾਂ ਇਹ ਆਪਣੇ 8 ਇਲੈਕਟ੍ਰੋਨ, ਇਸ ਦੇ ਵੀ 8 ਪੂਰੇ ਹੋ ਗਏ ਅਤੇ ਇਸ ਦੇ ਵੀ 8 ਪੂਰੇ ਹੋ ਗਏ। ਤਾਂ ਟੋਟਲ ਸ਼ੇਅਰਿੰਗ 'ਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ? 4 ਇਲੈਕਟ੍ਰੋਨ ਹੁੰਦੇ ਨੇ। ਡਬਲ ਬੌਂਡ ਹੁੰਦਾ ਜੋ ਇਸ ਦੇ ਵਿੱਚ। ਅਗਲਾ ਹੈ ਕਟਾਇਨ ਉਦੋਂ ਬਣਦਾ ਹੈ ਜਦੋਂ ਕਟਾਇਨ ਇਜ਼ ਫਾਰਮਡ ਵੈਨ, ਤਾਂ ਜਦੋਂ ਇੱਕ ਇਲੈਕਟ੍ਰੋਨ ਗਵਾਉਂਦਾ ਤਾਂ ਕਟਾਇਨ ਬਣਦਾ ਹੈ। ਜਿਸ ਤਰ੍ਹਾਂ ਆਪਾਂ ਸੋਡੀਅਮ ਦਾ ਕੀਤਾ ਸੀ, ਲਾਸਟ ਵਾਲੇ 'ਚ 1 ਇਲੈਕਟ੍ਰੋਨ ਹੁੰਦਾ ਤਾਂ 1 ਇਲੈਕਟ੍ਰੋਨ ਜਦੋਂ ਇਹ ਲੂਜ਼ ਕਰ ਦੇਦਾ ਦੇ ਦਿੰਦਾ ਤਾਂ ਇਹਦੇ 'ਤੇ 1 ਪੋਜ਼ੀਟਿਵ ਆ ਜਾਂਦਾ, ਕਟਾਇਨ ਬਣ ਜਾਂਦਾ 1 ਇਲੈਕਟ੍ਰੋਨ ਇਹ ਦੇ ਕੇ। ਤਾਂ ਕਟਾਇਨ ਕਦੋਂ ਬਣਦਾ? ਜਦੋਂ 1 ਇਲੈਕਟ੍ਰੋਨ ਦੇ ਦਿੰਦਾ। ਉਸੇ ਤਰ੍ਹਾਂ ਅਨਾਇਨ ਕਦੋਂ ਬਣਦਾ? ਜਦੋਂ ਕੋਈ 1 ਇਲੈਕਟ੍ਰੋਨ ਲੈਂਦਾ ਹੈ। ਜਿਸ ਤਰ੍ਹਾਂ ਫਲੋਰੀਨ, ਇਸ ਦੇ ਲਾਸਟ ਵਾਲੇ ਵਿੱਚ ਕਿੰਨੇ 7 ਇਲੈਕਟ੍ਰੋਨ ਹੁੰਦੇ ਨੇ ਤਾਂ 1 ਇਲੈਕਟ੍ਰੋਨ ਲੈ ਕੇ ਆਪਣੇ 8 ਪੂਰੇ ਕਰ ਲੈਂਦਾ ਅਤੇ ਫਲੋਰੀਨ ਨੈਗੇਟਿਵ ਬਣ ਜਾਏਦਾ। ਤਾਂ ਇਸ ਤਰ੍ਹਾਂ ਇਹ ਅਨਾਇਨ ਬਣਦਾ ਹੈ। ਉਸ ਤੋਂ ਬਾਅਦ ਐਮ ਦੀ ਪਰਮਾਣੂ ਸੰਖਿਆ 20 ਹੈ ਤਾਂ 20 ਤੁਹਾਨੂੰ ਪਤਾ ਹੋਣਾ ਚਾਹੀਦਾ ਕਿਸ ਦੀ ਹੈ? ਕੈਲਸ਼ੀਅਮ ਦੀ। ਤਾਂ ਇਸ ਦੀ ਸੰਯੋਗਤਾ ਬੈਲੈਂਸੀ ਪਤਾ ਕਰਨੀ ਆ ਤਾਂ ਅਟੋਮਿਕ ਨੰਬਰ 20 ਦਿੱਤਾ ਹੈ, ਇਸ ਦੀ ਅਸੀਂ ਬੈਲੈਂਸੀ ਫਾਈਂਡ ਆਊਟ ਕਰਨੀ ਹੈ। ਤਾਂ ਸੇਮ ਆਪਾਂ ਸੈੱਲ ਹੀ ਬਣਾਉਣੇ ਆ ਤਾਂ 20 ਅਟੋਮਿਕ ਨੰਬਰ ਆ ਤਾਂ ਕੇ 'ਚ ਪਹਿਲੇ 'ਚ ਵੱਧ ਤੋਂ ਵੱਧ ਕਿੰਨੇ ਰੱਖ ਸਕਦੇ ਹਾਂ? 2। ਐਲ 'ਚ ਮੈਕਸੀਮਮ 8 ਰੱਖ ਸਕਦੇ ਹਾਂ, ਕਿੰਨੇ ਹੋ ਗਏ? 10 ਹੋ ਗਏ। ਫਿਰ ਐਮ 'ਚ ਕਿੰਨੇ ਰੱਖ ਸਕਦੇ ਹਾਂ? 8 ਹੋਰ ਤਾਂ ਕਿੰਨੇ ਹੋ ਗਏ? ਟੋਟਲ 18 ਹੋ ਗਏ। ਅਸੀਂ 20 ਇਲੈਕਟ੍ਰੋਨ ਨੂੰ ਪਲੇਸ ਕਰਨਾ ਤਾਂ ਐਨ 'ਚ ਕਿੰਨੇ ਹੋ ਜਾਣਗੇ? ਲਾਸਟ ਵਾਲੇ 'ਚ 2 ਰਹਿ ਜਾਣਗੇ ਤਾਂ ਟੋਟਲ 20 ਹੋ ਜਾਣਗੇ। ਤਾਂ ਲਾਸਟ ਵਾਲੇ 'ਚ ਇਹਦੇ ਕਿੰਨੇ ਹੁੰਦੇ ਨੇ? ਬੈਲੈਂਸ 'ਚ 2। ਤਾਂ 2 ਆਪਸ਼ਨ ਆ ਉਹ ਆਏਗਾ ਸਹੀ। ਨੈਕਸਟ ਹੈ ਮੈਡਲੀਵ ਦੁਆਰਾ ਕੀਤੀ ਗਈ ਭਵਿੱਖਬਾਣੀ ਅਨੁਸਾਰ ਇੱਕ ਅਲਮੀਨੀਅਮ ਤੱਤ ਦੀਆਂ ਵਿਸ਼ੇਸ਼ਤਾਵਾਂ ਬਾਅਦ ਲੱਭੇ ਗਏ ਕਿਸ ਤੱਤ ਦੇ ਗੁਣਾਂ ਦੇ ਸਮਾਨ ਹੈ? ਤਾਂ ਅਲਮੀਨੀਅਮ ਨਾਲ ਬਿਲਕੁਲ ਕਿਸ ਦੇ ਗੁਣ ਮਿਲਦੇ ਹੁੰਦੇ ਨੇ? ਤਾਂ ਗੈਲਮੀਅਮ ਆ ਜੋ ਉਸ ਦੇ ਗੁਣ ਆ ਬਿਲਕੁਲ ਅਲਮੀਨੀਅਮ ਨਾਲ ਮਿਲਦੇ ਹੁੰਦੇ ਨੇ। ਤਾਂ ਇਹ ਅੱਜ ਦੇ ਕੁਐਸਚਨ ਸੀ ਸਾਡੇ। ਤਾਂ ਇਹਨਾਂ ਨਾਲ ਜਿਹੜੇ ਵੀ ਕੰਸੈਪਟ ਆ ਤੁਹਾਡੇ ਕਲੀਅਰ ਆ, ਉਸ ਦੇ ਤਰ੍ਹਾਂ ਤੁਸੀਂ ਪ੍ਰੈਕਟਿਸ ਕਰਨੀ ਆ, ਉਸ ਤਰ੍ਹਾਂ ਦੇ ਕੁਐਸਚਨ ਦੇ ਨਾਲ ਉਹ ਬਹੁਤ ਈਜ਼ੀਲੀ ਤੁਹਾਡੇ ਹੋ ਜਾਣਗੇ। ਤਾਂ ਨੈਕਸਟ ਵੀਡੀਓ ਵਿੱਚ ਆਪਾਂ ਅਗਲੇ ਜੋ ਕੁਐਸਚਨ ਆ ਅਗਲੇ ਉਹਨਾਂ ਦੇ ਕੰਸੈਪਟ ਕਵਰ ਕਰਾਂਗੇ। ਥੈਂਕ ਯੂ।